दया तेरी देव दिवा कर सिद्ध समाध अंत नहीं पाया साधु रहे शरणाई लेगो आरती हो पुरख निरंजन सतगुर पूजो भाई कांड ब्रह्मा निगम विचार अलख न लखिया जाई लख तेल नाम किया बाती दीपक में उजियारा राय जगदीश जगाया जय जनहारा पंच शब्द अनाहत बाजे संगे साथ पानी कबीर दास के यार निरंकार निर्वाणी पार तेरा अल्लाह पार तेरा अल्लाह भूतमुनि भक्त जगत स्वाहा कासिदा मांगो कियो राक्षसी करे कियो कन्या चादर निका आना को सब सीखा भगवान देवी राम देवी मेरे काकी की भरतनी जगन्ना रे काकी की भरतनी जगन्ना रे आई कहे जगते तुमरे तपते मात पिता तुम मात पिता मात पिता हम बारिक दे तुम्हारी कृपा में कृपा सुख प्रभ रखवाले माई बाप माई बाप प्रभ रखवाले माई बाप माई बाप जाके सिमरन नदी संताप जाके सिमरन नदी संताप
ਸੰਤਾਪ ਰੱਬ ਰਖਵਾਲੇ ਮਾਈ ਬਾਪ ਮਾਈ ਬਾਪ ਰੱਬ ਰਖਵਾਲੇ ਮਾਈ ਬਾਪ ਮਾਈ ਬਾਪ ਹਸਮਤ ਆਈ ਇੱਕ ਮਨ ਇੱਕ ਪਾਏ 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 ਗੁਰ ਤੂੰ ਇੱਕ ਸਦਾ ਸਨਾਈ ਸੱਚ ਸਾਹਿਬ ਰੱਖਿਆ ਅੰਤ ਲਾਏ ਸੱਚ ਸਾਹਿਬ ਰੱਖਿਆ ਅੰਤ ਲਾਏ ਰੱਬ ਰਖਵਾਲੇ ਮਾਈ ਬਾਪ ਮਾਈ ਬਾਪ ਜਾਗੈ ਸਿਮਰਨ ਨਵੀ ਸੰਤਾਪ ਜਾਗੈ ਸਿਮਰਨ ਨਵੀ ਸੰਤਾਪ ਰੱਬ ਰਖਵਾਲੇ ਮਾਈ ਬਾਪ ਮਾਈ ਬਾਪ ਆਪਣੇ ਜਨ ਪ੍ਰਭ ਆਪ ਰਖੇ ਦੁਸ਼ਟ ਦੂਤ ਸਭ ਭ੍ਰਮ ਥਕੇ ਆਪਣੇ ਜਨ ਪ੍ਰਭ ਆਪ ਰਖੇ ਦੁਸ਼ਟ ਦੂਤ ਸਭ ਭ੍ਰਮ ਥਕੇ ਬਿਨ ਗੁਰ ਸਾਜੇ ਨਹੀਂ ਜਾਏ ਦੁਖ ਦੇ ਸੁਖ ਸੰਗਤ ਸਭ ਲਾਏ ਬਿਨ ਗੁਰ ਸਾਜੇ ਨਹੀਂ ਜਾਏ ਦੁਖ ਦੇ ਸੁਖ ਸੰਗਤ ਰਹੇ ਪਾਏ ਜਾਗੈ ਸਿਮਰਨ ਨਵੀ ਸੰਤਾਪ ਜਾਗੈ ਸਿਮਰਨ ਨਵੀ ਸੰਤਾਪ ਰੱਬ ਰਖਵਾਲੇ ਮਾਈ ਬਾਪ ਮਾਈ ਬਾਪ ਰੱਬ ਰਖਵਾਲੇ ਮਾਈ ਬਾਪ ਮਾਈ ਬਾਪ ਨਾਮ
को पहुँच न सकस कोई
रब विसरै नानक पाई दाए रब रखवाले माई बाप रब रखवाले माई बाप मेरा सतगुर रखवाला होआ ताके बाबा भाग तेरा प्यार हर गोबिंद नाम तेरा हर गोबिंद नाम तेरा हर गोबिंद नाम तेरा हर गोबिंद नाम जाके सिमरन करनी संतान जाके सिमरन करनी संतान रब रखवाले माई बाप माई बाप माई बाप माई बाप माई बाप अपने आय परिवार का भी तो दिखेगा पिछले आय परिवार का भी तो दिखेगा और ना वो जाने से ले के बात में क्या कैसा शुरू करूंगी जी वाह का खालसा और गुरु जी की फतेह दूसरे साइड में आयु वापस कल भी बोल मैं एक ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦਾ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓੰਕਾਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਬੇਰ ਸ੍ਰੀ ਗੁਰੂ ਗਏ ਗ੍ਰਾਮ ਹਰਿ ਕੇ ਥਾਨ ਪ੍ਰਥਮ ਬਾਸ ਤਹ ਕੁਛ ਕੀਓ ਪਹੁੰਚੇ ਵੇਲੀ ਜਾਨ। एक बार श्री गुरु गए ग्राम हरि के थान प्रथम बास तह कुछ कियो पहुँचे मेली जान। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵੈਚਲ ਜੁਗੋ ਜੁਗ ਤਲ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਜੋਤ, ਸ਼ਬਦ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਸਾਜੀ ਨਵਾਜੀ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ ਸੰਧਿਆ ਦੇ ਪਹਿਲੇ ਪਹਿਰ ਦੇ ਦੀਵਾਨ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜਾਏ ਜਾ ਰਹੇ ਨੇ। ਵਡਭਾਗੀ ਰੂਹਾਂ ਨੇ, ਵਡਭਾਗੀ ਜਨਾਂ ਨੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਹੈ। ਸੰਧਿਆ ਦੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੇ ਸੋਦਰ ਸ੍ਰੀ ਰਾਧਾ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਸਰਵਣ ਕੀਤਾ ਹੈ ਔਰ ਗੁਰੂ ਘਰ ਦੇ ਰਾਗੀ ਸਿੰਘਾਂ ਦੇ ਪਾਸੋਂ ਆਪ ਜੀ ਨੇ ਅਮਰਤਮਈ ਗੁਰਬਾਣੀ ਦਾ ਕੀਰਤਨ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਆਓ ਗੁਰਮੁਖ ਪਿਆਰਿਓ, ਜਿਵੇਂ ਸ਼ਾਮ ਦੇ ਦੀਵਾਨਾਂ ਦੇ ਵਿੱਚ ਆਪਾਂ ਗੁਰੂ ਇਤਿਹਾਸ ਦੇ ਵਿਚਾਰ ਕਰਦੇ ਆ ਰਹੇ ਹਾਂ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਚੱਲ ਰਿਹਾ ਹੈ ਔਰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਜਿਹੜਾ ਵੀ ਕੋਈ ਸਿੱਖ ਆਉਂਦਾ ਹੈ, ਉਹਦੇ ਮਨ ਦਾ ਜੋ ਵੀ ਭਰਮ ਹੁੰਦਾ ਹੈ ਜਾਂ ਪ੍ਰਸ਼ਨ ਹੁੰਦਾ ਹੈ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੀ ਮਨ ਦੀ ਭਾਵਨਾ ਦੇ ਅਨੁਸਾਰ ਉਹਨੂੰ ਜੋ ਉੱਤਰ ਦੇ ਕਰਕੇ ਰੱਬ ਦੇ ਨਾਲ ਜੋੜਦੇ ਨੇ। ਆਓ ਗੁਰਮੁਖੋ ਵੀ ਇਤਿਹਾਸ ਨੂੰ ਆਰੰਭ ਕਰੀਏ। ਉਸ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਗੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਬੇਰ ਸ਼੍ਰੀ ਗੁਰ ਗਏ ਗ੍ਰਾਮ ਹਰੀ ਕੇ ਥਾਨ, ਪ੍ਰਥਮ ਬਾਸ ਤਹਿ ਕੁਛ ਕੀਓ, ਪਹੁੰਚੇ ਮਿਲੀ ਜਾਨ। ਏਕ ਬੇਰ ਸ਼੍ਰੀ ਗੁਰ ਗਏ ਗ੍ਰਾਮ ਹਰੀ ਕੇ ਥਾਨ, ਪ੍ਰਥਮ ਬਾਸ ਤਹਿ ਕੁਛ ਕੀਓ, ਪਹੁੰਚੇ ਮਿਲੀ ਜਾਨ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਆਰੰਭ ਕਰਦੇ ਹੋਏ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ, ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਹੁਕਮ ਹੋਇਆ ਸੀ ਵੀ ਆਪ ਜੀ ਨੇ ਖਡੂਰ ਸਾਹਿਬ ਰਹਿਣਾ ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਹੁਕਮ ਹੋਇਆ ਸੀ ਕਿ ਤੁਸੀਂ ਗੋਬਿੰਦਵਾਲ ਸਾਹਿਬ ਦੇ ਵਿੱਚ ਰਹਿਣਾ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਖਡੂਰ ਸਾਹਿਬ ਰਹਿ ਕਰਕੇ ਸੰਗਤਾਂ ਦਾ ਭਲਾ ਕੀਤਾ ਤੇ ਇੱਕ ਵਾਰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਪਿੰਡ ਦਾ ਨਾਮ ਹੈ ਹਰੀਕੇ, ਜਿਹੜਾ ਹਰੀਕੇ ਪੱਤਨ ਹੈ ਜਿੱਥੇ ਦਰਿਆ ਹੈ, ਇਧਰ ਕੋਈ ਨਗਰ ਹੈ ਹਰੀਕੇ, ਉੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗਏ ਹਨ। ਏਕ ਬੇਰ ਸ਼੍ਰੀ ਗੁਰ ਗਏ ਗ੍ਰਾਮ ਹਰੀ ਕੇ ਥਾਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਪਹਿਲਾਂ ਵੀ ਇਸ ਹਰੀਕੇ ਪਿੰਡ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗਏ ਸਨ। ਪ੍ਰਥਮ ਬਾਸ ਤਹਿ ਕੁਛ ਕੀਓ, ਪਹੁੰਚੋ ਮਿਲੀ ਜਾਨ। ਉਸ ਨਗਰ ਦੇ ਵਿੱਚ ਪਹਿਲਾਂ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗਏ ਸਨ। ਇਸ ਕਰਕੇ ਸਿੱਖੀ ਸੇਵਕੀ ਸੀ ਤੇ ਲੋਕਾਂ ਨੂੰ ਪਤਾ ਸੀ, ਸੰਗਤ ਨੂੰ ਪਤਾ ਸੀ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਿੱਤੀ ਹੈ। ਤੇ ਜਦੋਂ ਦੂਜੀ ਵਾਰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਿਰ ਗਏ, ਜਿਹੜੇ ਮੇਲੀ ਸਿੱਖ ਸਨ, ਭਾਵਨਾ ਵਾਲੇ ਸਿੱਖ ਸਨ, ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖਣ ਵਾਲੇ ਸਿੱਖ ਸਨ, ਉਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ। ਜੋ ਭਈ ਡੇਰਾ ਕਰਿਓ ਗ੍ਰਾਮ ਤਿਸ ਜਾਏ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਉਸ ਨਗਰ ਦੇ ਵਿੱਚ ਪਹੁੰਚ ਕਰਕੇ ਆਪਣੇ ਰਹਿਣ ਵਾਸਤੇ ਡੇਰਾ ਕੀਤਾ ਹੈ। ਜਿਨ ਕੈ ਸੰਗ ਸਿੱਖ ਸਮੁਦਾਇ। ਇਹ ਸਤਿਗੁਰਾਂ ਦੇ ਨਾਲ ਸਿੱਖ ਵੀ ਬੜੇ, ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ
ਜਾਂ ਜਿਹੜੇ ਵੀ ਸਤਿਗੁਰੂ ਜੀ ਜਿੱਧਰ ਨੂੰ ਜਾਂਦੇ ਸਨ ਸੰਗਤ ਦਾ ਭਲਾ ਕਰਨ ਵਾਸਤੇ ਨਾਲ ਸਿੱਖ ਵੀ ਜਾਂਦੇ ਸੀ। ਇਸ ਕਰਕੇ ਬਹੁਤ ਜ਼ਿਆਦਾ ਸਿੱਖ ਮਹਾਰਾਜ ਜੀ ਦੇ ਨਾਲ ਗਏ ਹਨ। ਸੁਨ ਸੁਨ ਮਹਿਮਾ ਨਰ ਦਿਸਮਾਏ। ਤੇ ਉਸ ਨਗਰ ਦੇ ਲੋਕ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਬਣੇ ਨੇ, ਇਸ ਕਰਕੇ ਗੁਰੂ ਦੀ ਮਹਿਮਾ ਸੁਣ ਸੁਣ ਕੇ ਕਿ ਮਹਾਰਾਜ ਇਸ ਤਰੀਕੇ ਨਾਲ ਕੌਤਕ ਕਰ ਰਹੇ ਨੇ, ਦੁਨੀਆ ਦੇ ਵਿੱਚ ਸੜਦੇ ਭੁੱਜਦੇ ਹੋਏ ਜੀਵਾਂ ਦਾ ਭਲਾ ਕਰ ਰਹੇ ਨੇ, ਇਸ ਤਰੀਕੇ ਨਾਲ ਵਡਿਆਈ ਸੁਣ ਸੁਣ ਕੇ ਲੋਕ ਹੈਰਾਨ ਹੁੰਦੇ ਹਨ। ਸ਼੍ਰੀ ਨਾਨਕ ਗਾਦੀ ਕਿਨ ਪਾਏ। ਇਹ ਸਾਰੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਕਿ ਇਹਨਾਂ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਨੂੰ ਪ੍ਰਾਪਤ ਕੀਤਾ ਹੈ। ਏਕੀ ਹੁਤੇ ਮਿਲੇ ਸਦ ਆਏ। ਜਿੰਨੇ ਵੀ ਮੇਲੇ ਗੁਰਸਿੱਖ ਸਨ, ਭਾਵਨਾ ਵਾਲੇ ਮਿਲਣ ਵਾਲੇ ਗੁਰਸਿੱਖ ਸਨ, ਸਾਰੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੂੰ ਆਉਣ ਕਰਕੇ ਮਿਲੇ ਹਨ। ਹਰ ਬੰਦਨ ਬੈਠੇ ਸਮੁਦਾਏ। ਸਾਰੀਆਂ ਸੰਗਤਾਂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਆਸ਼ੀਰਵਾਦ ਪ੍ਰਾਪਤ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਬਹਿ ਗਈਆਂ। ਉਤੇ ਹਰੀ ਕੇ ਤਹਿ ਸਰਦਾਰਾ। ਤੇ ਉਸ ਨਗਰ ਦੇ ਕੁਝ ਗੁਰਮੁਖ ਸਰਦਾਰ ਸਨ, ਚੌਧਰੀ ਸਨ। ਇੱਥੇ ਸਰਦਾਰ ਦਾ ਭਾਵ ਹੈ ਸਰਪੰਚ, ਜਿਹੜੇ ਨਗਰ ਦੇ ਮੁਖੀ ਲੋਕ ਸਨ, ਉਹ ਵੀ ਸੰਗਤ ਦੇ ਵਿੱਚ ਆਏ ਹਨ। ਤਿਨ ਤੇ ਸੁਨ ਕਰ ਸੁਜਾਸੇ ਉਤਾਰਾ। ਉਹਨਾਂ ਨੇ ਵੀ ਜਦੋਂ ਕੰਨਾਂ ਦੇ ਨਾਲ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜਸ ਸੁਣਿਆ, ਉਹਨਾਂ ਦੀ ਵਡਿਆਈ ਨੂੰ ਸੁਣਿਆ। ਪਰਮਾਤ ਸਾਹਿਬ ਗੁਰ ਭਏ। ਇਹ ਸੰਗਤ ਇਸ ਤਰੀਕੇ ਨਾਲ ਵਡਿਆਈ ਕਰ ਰਹੀ ਸੀ ਵੀ ਮਹਾਰਾਜ ਗੁਰੂ ਜੀ ਕਰਾਮਾਤ ਦੇ ਸਹਿਤ ਨੇ, ਕਿਉਂਕਿ ਗੁਰਮੁਖੋ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਸਮਾਧੀ ਲਾ ਕਰਕੇ ਤੇ ਜਦੋਂ ਬਾਅਦ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇਣੇ, ਤੇ ਭੱਟਾਂ ਨੇ ਵੀ ਆਪਣੇ ਸਵਈਆਂ ਦੇ ਵਿੱਚ ਵਚਨ ਕੀਤਾ ਹੈ, ਉਹਨਾਂ ਦੇ ਦਰਸ਼ਨਾਂ ਦੇ ਨਾਲ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਸਨ। ਇਸ ਕਰਕੇ ਅਸੀਂ ਕਰਾਮਾਤ ਸੁਣੀ ਹੋਈ ਸੀ ਉੱਥੋਂ ਦੇ ਲੋਕਾਂ ਨੇ, ਤੇ ਉੱਥੋਂ ਦੇ ਚੌਧਰੀਆਂ ਦੇ ਵੀ ਮਹਾਰਾਜ ਜੀ ਦੀ ਕਰਾਮਾਤ ਦੇ ਬਾਰੇ ਸੁਣਿਆ ਹੋਇਆ ਸੀ। ਪੂਰਬ ਬਸਤ ਹੁਤੇ ਜੋ ਗਏ। ਤੇ ਮਨ ਦੇ ਵਿੱਚ ਸਾਰੇ ਵਿਚਾਰ ਦੇ ਵਿੱਚ ਮਹਾਰਾਜ ਪਹਿਲਾਂ ਵੀ ਧਿਆਨ ਕਰਕੇ ਕੁਝ ਸਮਾਂ ਵਸੇ ਸਨ। ਇਸ ਕਰਕੇ ਸਾਰੀ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ ਹਨ। ਮਿਲਨ ਹੇਤ ਸੋਪੀ ਚੱਲ ਆਇਓ। ਉਹ ਜਿਹੜੇ ਸਰਦਾਰ ਸਨ ਜਾਂ ਪਿੰਡ ਦੇ ਮੁਖੀ ਸਨ, ਉਹ ਵੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨੇ। ਸੋਧ ਹਿਤ ਮਾਨਵ ਪ੍ਰਥਮ ਪਠਾਇਓ। ਤੇ ਭਾਈ ਸੰਤੋਖ ਸਿੰਘ ਜੀ ਕਿੰਨੇ ਜਿਹੜਾ ਪਿੰਡ ਦਾ ਮੁਖੀ ਸੀ, ਉਹ ਵੀ ਆਇਆ, ਪਰ ਪਹਿਲਾਂ ਇੱਕ ਵਾਰ ਮਹਾਰਾਜ ਜੀ ਦਾ ਇਹ ਪਤਾ ਕਰਨ ਵਾਸਤੇ ਕਿ ਸਤਿਗੁਰੂ ਜੀ ਜਿਹੜੇ ਆਏ ਹਨ ਪਿੰਡ ਦੇ ਵਿੱਚ, ਆਪਣਾ ਇੱਕ ਨੌਕਰ ਭੇਜ ਕਰਕੇ ਇਸ ਪਿੰਡ ਦੇ ਸਰਪੰਚ ਨੇ ਪਤਾ ਕੀਤਾ ਹੈ। ਸ਼੍ਰੀ ਅੰਗਦ ਤਿਨ ਕੀ ਗਤ ਜਾਨੀ। ਤੇ ਉਸ ਨੌਕਰ ਨੇ ਜਾ ਕਰਕੇ ਦਰਸ਼ਨ ਕੀਤੇ, ਪਤਾ ਲੱਗਾ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਹਨ। ਆਦਤ ਪਦਾਰਥ ਤੇ ਬੜ ਮਾਨੀ। ਪਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਪਿੰਡ ਦਾ ਚੌਧਰੀ ਸੀ, ਇਹਦੇ ਕੋਲ ਬੜੇ ਪਦਾਰਥ ਸਨ, ਮਾਇਆਧਾਰੀ ਸੀ ਤੇ ਹੰਕਾਰੀ ਬੜਾ ਸੀ, ਕਿਉਂਕਿ ਗੁਰਮੁਖ ਜਿਹੜਾ ਬੰਦਗੀ ਤੋਂ ਬਗੈਰ ਮਾਇਆਧਾਰੀ ਬਣਨਾ ਹੈ ਨਾ, ਉੱਥੇ ਮਾਇਆ ਹੰਕਾਰ ਪੈਦਾ ਕਰ ਹੀ ਦਿੰਦੀ, ਮਾਇਆ ਆਪਣਾ ਜ਼ਰੂਰ ਪ੍ਰਭਾਵ ਪਾਉਂਦੀ। ਇਹ ਚੌਧਰੀ ਜਿਹੜਾ ਜਿਹਨੇ ਗੁਰਮੁਖ ਸਿੱਖੀ ਨੂੰ ਮਾਇਆ ਦੀ ਬੰਦਗੀ ਨਹੀਂ ਕੀਤੀ, ਤੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਆਉਣ ਬਾਰੇ ਸੁਣਿਆ ਤੇ ਹੈ ਮਨ ਵਿੱਚ ਭਾਵਨਾ ਕੋਈ ਨਹੀਂ, ਹੰਕਾਰ ਬੜਾ ਹੈ ਮਨ ਵਿੱਚ। ਜਾਂ ਤੇ ਏਕ ਪੰਗੂਰਾ ਲਿਆਵੋ। ਤੇ ਮਨ ਦੇ ਵਿੱਚ ਵਿਚਾਰਦਾ ਆਪਣੇ ਨੌਕਰਾਂ ਨੂੰ ਕਹਿੰਦਾ ਵੀ ਇੱਕ ਕੁਰਸੀ ਜਿਹੜੀ ਹੈ ਨਾ ਭੰਗੂੜਾ, ਜਦੋਂ ਮੈਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਾਣਾ, ਮੈਨੂੰ ਇੱਕ ਨਾਲ ਕੁਰਸੀ ਮੇਰੀ ਨਾਲ ਲੈ ਕਰਕੇ ਜਾਣੀ ਹੈ ਤੁਸੀਂ ਵੀ। ਇਸ ਬੈਠਕ ਕੇ ਹੇਤ ਡਸਾਵ। ਕਹਿੰਦਾ ਵੀ ਮੈਂ ਸੰਗਤ ਦੇ ਵਿੱਚ ਜਾ ਕਰਕੇ ਥੱਲੇ ਨਹੀਂ ਬਹਿਣਾ, ਸੰਗਤ ਦੇ ਬਰਾਬਰ ਨਹੀਂ ਬਹਿਣਾ, ਤੇ ਉਹ ਸੰਗਤ ਦੇ ਵਿੱਚ ਕੁਰਸੀ ਨੂੰ ਲਾ ਕਰਕੇ ਤੇ ਮਹਾਰਾਜ ਜੀ ਦੇ ਸਾਹਮਣੇ ਬੈਠਣਾ ਹੈ। ਦਾਸ ਆਨ ਤਤਕਾਲ ਦਿਸ਼ਾਵਾ। ਉਸ ਵੇਲੇ ਕਿਤੇ ਦਾਸਾਂ ਨੇ ਆਨ ਕਰਕੇ ਛੇਤੀ ਦੇ ਨਾਲ ਘੋੜਾ ਕੁਰਸੀ ਉੱਤੇ ਲਾ ਦਿੱਤੀ ਹੈ। ਇਤਨੇ ਮਹਿ ਚੱਲ ਕਰ ਸੁਆਵਾ। ਇੰਨੇ ਸਮੇਂ ਦੇ ਵਿੱਚ ਜਿਹੜਾ ਚੌਧਰੀ ਸੀ, ਉਹ ਵੀ
ਚੱਲ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ। ਕੇਤਕ ਸੰਗ ਲੋਕ ਤਹਿ ਆਏ। ਤੇ ਆਪਣੇ ਨਾਲ ਲਾਹੋ ਲਸ਼ਕਰ ਲੈ ਕਰਕੇ ਆਇਆ, ਕਿਉਂਕਿ ਗੁਰਮੁਖ ਗੁਰਬਾਣੀ ਦੇ ਵਿੱਚ ਬਚਨ ਹੁੰਦਾ ਹੈ ਕਿਸੇ ਸਾਧੂ ਮਹਾਤਮਾ ਨੂੰ ਗੁਰੂ ਨੂੰ ਮਿਲਣ ਜਾਣਾ ਹੈ। ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਦੀਜੈ ਕੋਈ। ਉੱਥੇ ਸਾਥ ਦਾ ਭਾਵ ਹੈ ਕਿ ਆਪਣਾ ਹੰਕਾਰ, ਗੁਣਾ ਦਾ ਹੰਕਾਰ, ਪਦਵੀ ਦਾ ਹੰਕਾਰ, ਮਾਇਆ ਦਾ ਹੰਕਾਰ ਇਹ ਘਰ ਛੱਡ ਕੇ ਜਾ। ਜੇ ਗੁਰੂ ਨੂੰ ਮਿਲਣ ਜਾਣਾ ਹੈ, ਕਿਸੇ ਸਾਧੂ ਮਹਾਂਪੁਰਖ ਨੂੰ ਮਿਲਣ ਜਾਣਾ ਹੈ ਜਾਂ ਕਿਸੇ ਦੀ ਬਖਸ਼ਿਸ਼ ਲੈਣੀ ਹੈ, ਇਹਨਾਂ ਚੀਜ਼ਾਂ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਜਾ। ਇਹ ਚੌਧਰੀ ਜਿਹੜਾ ਬੜੇ ਲੋਕਾਂ ਨੂੰ ਆਪਣੇ ਨਾਲ ਲੈ ਕਰਕੇ ਗਿਆ ਆਪਣਾ ਪ੍ਰਭਾਵ ਪਾਉਣ ਵਾਸਤੇ। ਇਤਨੇ ਮਹਿ ਜਗ ਕਰ ਸੁਆਵਾ। ਕੇਤਕ ਸੰਗ ਲੋਕ ਤਹਿ ਆਏ। ਇਤਨੇ ਕੁ ਲੋਕ ਦੇ ਨੌਕਰ ਚਾਕਰ ਪੂਰਾ ਪ੍ਰਭਾਵ ਪਾਉਣ ਵਾਸਤੇ ਉਹਨਾਂ ਨਾਲ ਲੈ ਕਰਕੇ ਆਇਆ ਹੈ। ਸਗਨ ਦੇਖ ਕੈ ਸੀਸ ਨਿਵਾਏ। ਸਾਰਿਆਂ ਨੇ ਜਾ ਕਰਕੇ ਸੰਗਤ ਰੂਪ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ। ਤਿਨ ਮਹਿ ਮਾਨੀ ਜੋ ਸਰਦਾਰ। ਇਹ ਇਸ ਪਿੰਡ ਦੇ ਲੋਕਾਂ ਦੇ ਵਿੱਚ ਜਿਹੜਾ ਇਹ ਸਰਦਾਰ ਚੌਧਰੀ ਹੰਕਾਰੀ ਜਿਹੜਾ ਸੀ, ਇਹ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਿਆ। ਨਹੀਂ ਪੰਗੂਰੇ ਦੇਸ਼ ਪਗ ਧਾਰ। ਉਸ ਵੇਲੇ ਗੁਰੂ ਕੋਈ ਜਾ ਕਰਕੇ ਸੰਗਤ ਦੇ ਵਿੱਚ ਨਹੀਂ ਬੈਠਾ, ਜਿਵੇਂ ਆਮ ਸੰਗਤ ਚੌਂਕੜੀ ਮਾਰ ਕੇ ਬੈਠੀ ਹੈ, ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਤਰੀਕੇ ਨਾਲ ਨਹੀਂ ਬੈਠਾ ਹੈ। ਸ਼੍ਰੀ ਗੁਰ ਤਰੇ ਪਰਿਅੰਕ ਨਿਹਾਰਾ। ਤੁਸੀਂ ਦੇਖਿਆ ਵੀ ਮਹਾਰਾਜ ਦੇ ਪਲੰਘ ਦੇ ਉੱਤੇ ਬੈਠੇ ਨੇ, ਸੰਗਤ ਤੋਂ ਉੱਪਰ ਬੈਠੇ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਪਲੰਘ ਤੇ ਬੈਠਿਆਂ ਦੇਖਿਆ ਹੈ। ਤਰੇ ਨਾ ਬੈਠਾ ਇਨ ਜਿਹ ਧਾਰਾ। ਮਨ ਵਿੱਚ ਇਹ ਵਿਚਾਰ ਕਰਦਾ ਕਿ ਮੇਰੀ ਪਦਵੀ ਉੱਚੀ ਹੈ, ਮੈਂ ਪਿੰਡ ਦਾ ਚੌਧਰੀ ਹਾਂ, ਮੇਰੇ ਕੋਲ ਪਦਾਰਥ ਬੜੇ ਨੇ, ਤੇ ਗੁਰੂ ਅੰਗਦ ਦੇਵ ਸਾਹਿਬ ਜੀ ਚਰਨਾਂ ਦੇ ਵਿੱਚ ਮੈਂ ਥੱਲੇ ਨਹੀਂ ਬੈਠਾਂਗਾ। ਜਾਏ ਸ੍ਰਿਆਨੇ ਕੀ ਦਿਸ਼ ਬੈਠਾ। ਉਸ ਵੇਲੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਆਪਣੇ ਨੌਕਰਾਂ ਦੇ ਪਾਸ ਮੈंने ਕਿਹਾ ਕਿ ਕੁਰਸੀ ਜਿਹੜੀ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਰਾਣੇ ਵਾਲਾ ਢਵਾਈ, ਤੇ ਉੱਥੇ ਜਾ ਕੇ ਬੈਠ ਗਿਆ। ਸਰਦਾਰੀ ਕੇ ਮਾਨ ਬੈਠਾ। ਤੇ ਆਪਣੇ ਸਰਦਾਰੀ ਦੇ ਹੰਕਾਰ ਦੇ ਵਿੱਚ, ਚੌਧਰਪੁਰੇ ਦੇ ਹੰਕਾਰ ਦੇ ਵਿੱਚ ਆਕੜਿਆ ਹੋਇਆ ਹੈ। ਮੂਰਖ ਨਹਿ ਜਾਨੀ ਬੜਿਆਈ। ਇਸ ਮੂਰਖ ਚੌਧਰੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਸਮਝਿਆ ਨਹੀਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਸਮਝਿਆ ਨਹੀਂ ਹੈ। ਮੈਂ ਸਰਦਾਰ ਰਖੇ ਗੁਰਬਾਈ। ਇਹ ਮਨ ਵਿੱਚ ਇਹ ਵਿਚਾਰਦਾ ਕਿ ਗੁਰੂ ਨੂੰ ਪਤਾ ਹੈ ਮੈਂ ਇਸ ਪਿੰਡ ਦਾ ਸਰਦਾਰ ਹਾਂ, ਮੈਂ ਇਸ ਪਿੰਡ ਦਾ ਚੌਧਰੀ ਹਾਂ। ਜਿਵੇਂ ਭਗਤ ਰਵਿਦਾਸ ਜੀ ਨੇ ਬਾਣੀ ਦੇ ਵਿੱਚ ਵਚਨ ਕੀਤਾ, ਹਮ ਬਾਦ ਕਾਬ ਕੁਲੀਨ ਹਮ ਪੰਡਤ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ। ਇਹ ਬੁੱਧ ਕਦੇ ਨਾ ਦੱਸ ਕਿ ਮੈਂ ਸੂਰਮਾ ਹਾਂ, ਮੈਂ ਗਿਆਨੀ ਹਾਂ, ਮੈਂ ਮਾਇਆਧਾਰੀ ਹਾਂ, ਮੇਰੇ ਕੋਲ ਪਦਾਰਥ ਨੇ। ਇਹਦੇ ਬੁੱਧੀ ਜਿਹੜੀ ਹੈ ਇਹ ਭਾਵਨਾ ਬੜੀ ਮੁਸ਼ਕਲ ਦੇ ਨਾਲ ਜੀਵ ਦੇ ਵਿੱਚੋਂ ਨਿਕਲਦੀ ਹੈ, ਨਹੀਂ ਤੇ ਹਰ ਇੱਕ ਹੰਕਾਰੀ ਬਣ ਜਾਂਦਾ ਹੈ। ਸ਼੍ਰੀ ਗੁਰ ਪਿਖ ਤੁਸ਼ਨ ਹੀ ਠਾਨੀ। ਤੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਦੇਖਿਆ ਕਿ ਸਰਾਣੇ ਦੇ ਵੱਲ ਆਣ ਕਰਕੇ ਕੁਰਸੀ ਲਵਾ ਕਰਕੇ ਬਹਿ ਗਿਆ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇਖ ਕਰਕੇ ਚੁੱਪ ਕਰ ਗਏ। ਮੇਰੀ ਜਾਨ ਰਾਕਸ਼ੂ ਬਖਾਨੀ। ਤੇ ਆਪਣਾ ਮੇਲੀ ਜਾਣ ਕਰਕੇ, ਮਿਲਣ ਸਾਰ ਵਾਲਾ ਸਮਝ ਕਰਕੇ, ਕਿਉਂਕਿ ਪਹਿਲਾਂ ਵੀ ਮਿਲਿਆ ਸੀ, ਤੇ ਮੇਲੀ ਜਾਣ ਕਰਕੇ ਮਹਾਰਾਜ ਜੀ ਨੇ ਕੋਈ ਵੀ ਵਚਨ ਨਹੀਂ ਕੀਤਾ। ਬੈਠ ਅਰੀ ਘਰ ਗਮਨਿਓ ਮੂਟ। ਤੇ ਇੱਕ ਘੜੀ ਬਹਿ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਮੂਰਖ ਆਪਣੇ ਘਰ ਵਾਪਸ ਗਿਆ ਹੈ। ਮਹਿਮਾ ਲਖੀ ਨਾ ਗੁਣ ਗਨ ਗੂੜ। ਇਸ ਮੂਰਖ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੀ ਮਹਿਮਾ ਨੂੰ ਜਾਣਿਆ ਨਹੀਂ, ਕਿਉਂਕਿ ਮੂਰਖ ਜਿਹੜਾ ਆਪਣੇ ਗੁਣਾਂ ਦਾ ਹੰਕਾਰ ਕਰਦਾ ਹੈ। ਪਿਛੇ ਸਿੱਖਿਆ ਨੇ ਗੁਰ ਸੰਗ ਕਹਿਓ। ਤੇ ਪਿੱਛੋਂ ਜਦੋਂ ਗਿਆ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਿਹੜੇ ਭਾਵਨਾ ਵਾਲੇ ਸਿੱਖ ਬੈਠੇ ਹੋਏ ਸਨ, ਉਹ ਮਹਾਰਾਜ ਜੀ ਨੂੰ ਕਹਿਣ ਲੱਗੇ, ਇਹ ਤੋਂ ਅਤ ਮੂਰਖ ਹੀ ਕਹਿਓ। ਮਹਾਰਾਜ ਸਤਿਗੁਰੂ ਜੀ ਇਹ ਤੇ ਦੇਖਣ ਨੂੰ ਬਹੁਤਾ ਹੀ ਮੂਰਖ ਲੱਗਦਾ ਹੈ। ਆਪ ਜੀ ਦੇ ਚਰਨਾਂ ਦੇ ਵਿੱਚ ਆਉਣ ਕਰਕੇ ਵੀ ਇਹਨੇ ਬੜਾ ਮੂਰਖਾਂ ਵਾਲਾ ਕੰਮ ਕੀਤਾ ਹੈ। ਉਚਤ ਅਵਨ ਪਰ ਬੈਠਨ ਇਹਾ। ਮਹਾਰਾਜ ਤੁਹਾਡੇ
ਤੁਹਾਡੇ ਬਰਾਬਰ ਹੋ ਕਰਕੇ ਬੈਠਾ ਹੈ, ਤੁਹਾਡੀ ਬਖਸ਼ਿਸ਼ ਨੂੰ ਪ੍ਰਾਪਤ ਨਹੀਂ ਇਹੋ ਜਿਹਾ ਜੀਵ ਕਰ ਸਕਦਾ। ਇਸ ਕਰਕੇ ਦੇਖਣ ਨੂੰ ਮੂਰਖ ਹੀ ਲੱਗਦਾ ਹੈ। ਬੋਲਣਾ ਪੰਗੂਰੇ ਕੀ ਦੇਸ਼ ਲਹਾ। ਤੇ ਫਿਰ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਕੁਰਸੀ ਦੇ ਉੱਪਰ ਆਣ ਕਰਕੇ ਬੈਠ ਗਿਆ ਹੈ। ਬਰਜਤ ਜਾਏ ਸਿਰਾਨੇ। ਮਹਾਰਾਜ ਸਾਡੇ ਰੋਕਦੇ ਆ ਬੜਾ ਇਹਨੂੰ ਕਿਹਾ ਵੀ ਗੁਰੂ ਦੇ ਚਰਨਾਂ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਬਹਿਦਾ, ਗੁਰੂ ਦਾ ਆਦਰ ਸਤਿਕਾਰ ਕਰੀਦਾ ਹੈ, ਪਰ ਸਾਡੇ ਰੋਕਦਿਆਂ ਮਹਾਰਾਜ ਤੁਹਾਡੇ ਸਿਰਹਾਣੇ ਦੇ ਵੱਲ ਜਾ ਕਰਕੇ ਬੈਠ ਗਿਆ ਹੈ। ਬੈਠੋ ਕੁਛ ਨਾ ਅਦਾਇਬ ਜਾਣੇ। ਮਹਾਰਾਜ ਆਪ ਜੀ ਦਾ ਕੋਈ ਸਤਿਕਾਰ ਨਹੀਂ ਕੀਤਾ ਇਹਨੇ, ਇਹ ਮੂਰਖ ਆਪ ਜੀ ਦੇ ਸਿਰਹਾਣੇ ਵਿੱਚ ਜਾ ਕਰਕੇ ਬੈਠਾ ਹੈ। ਸੁਣ ਸ਼੍ਰੀ ਅੰਗਦ ਸਹਿਜ ਸੁਭਾਏ। ਉਸ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਸੰਗਤਾਂ ਤੋਂ ਇਹੋ ਜਿਹੇ ਬਚਨ ਸੁਣੇ ਹਨ, ਬਾਖ ਬਖਾਨਿਓ ਸਬਰ ਸੁਣਾਏ। ਸਾਰਿਆਂ ਨੂੰ ਸੁਣਾ ਕਰਕੇ ਸੰਗਤ ਦੇ ਵਿੱਚ ਫਿਰ ਸਾਂਝਾ ਬਚਨ ਜਿਹੜਾ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕੀਤਾ ਹੈ। ਪਲੰਗ ਪੰਗੂਰਾ ਕਛੂ ਨਾ ਰਹਿਓ। ਮਹਾਰਾਜ ਕਹਿੰਦੇ ਕਿ ਜਿਹੜਾ ਇਹ ਕੁਰਸੀ ਲਾ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਬੈਠਦਾ ਹੈ ਨਾ, ਆਪਣੀ ਮਾਇਆ ਦਾ ਹੰਕਾਰ ਕਰਦਾ ਹੈ ਤੇ ਆਪਣੀ ਪਦਵੀ ਦਾ ਹੰਕਾਰ ਕਰਦਾ ਹੈ। ਇਹ ਕੁਰਸੀਆਂ ਇਹਦੀਆਂ ਤੇ ਇਸ ਤਰੀਕੇ ਨਾਲ ਪਦਾਰਥ ਇਹਦੇ ਪਾਸ ਨਹੀਂ ਰਹਿਣਗੇ। ਅਬ ਤੇ ਇਨਕੋ ਸਭ ਕਿਛ ਦਹਿਓ। ਮਹਾਰਾਜ ਜੀ ਦੇ ਹੁਣ ਇਸ ਤੋਂ ਬਾਅਦ ਇਹਦੀ ਪ੍ਰਭੁਤਾ ਖਤਮ ਹੋ ਜਾਏਗੀ, ਇਹਦਾ ਸਾਰਾ ਕੁਝ ਹੀ ਖਤਮ ਹੋ ਜਾਏਗਾ। ਕਰਨ ਬੇਦੁਬੀ ਬੜਨ ਕੇਰੀ। ਕਿਉਂਕਿ ਇਹਨੇ ਵੱਡਿਆਂ ਦੀ ਬੇਅਦਬੀ ਕੀਤੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਨੂੰ ਤੁੱਛ ਸਮਝਿਆ ਹੈ। ਨਾਸ਼ ਦੇਤ ਕਰ ਬਿੜਹੂ ਬਡੇਰੀ। ਤੇ ਜਿਹੜੀ ਵੱਡਿਆਂ ਦੀ ਬੇਅਦਬੀ ਕਰਨੀ ਹੈ, ਗੁਰੂ ਦੀ ਗੁਰਮੁਖੋਂ ਅਵਗਿਆ ਕਰਨੀ, ਗੁਰੂ ਦੇ ਬਚਨਾਂ ਨੂੰ ਨਾ ਮੰਨਣਾ ਤੇ ਗੁਰੂ ਦੇ ਬਚਨਾਂ ਦੇ ਉੱਤੇ ਮਖੌਲ ਕਰਨਾ, ਹਾਸਾ ਕਰਨਾ, ਇਹ ਗੁਰਮੁਖੋਂ ਇਹ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ। ਤੇ ਇਹੋ ਜਿਹਾ ਜੀਵ ਜਿਹੜਾ ਗੁਰੂ ਦੇ ਘਰ ਦੇ ਵਿੱਚੋਂ ਧੱਕਿਆ ਜਾਂਦਾ ਹੈ, ਸਰਾਪਿਆ ਜਾਂਦਾ ਹੈ। ਮਹਾਰਾਜ ਕਹਿਣਗੇ ਕਿ ਇਹਨੇ ਵੱਡਿਆਂ ਦੀ ਬੇਅਦਬੀ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੀ ਵਡਿਆਈ ਨਹੀਂ ਕੀਤੀ, ਇਸ ਕਰਕੇ ਇਹਦੇ ਸਾਰੇ ਪਦਾਰਥ ਖਤਮ ਹੋ ਜਾਣਗੇ। ਬੜਿਆਨ ਕੋ ਠਾਣੇ ਸਨਮਾਨਾ। ਜਿਹੜਾ ਵੱਡਿਆਂ ਦਾ ਸਤਿਕਾਰ ਕਰਦਾ ਹੈ ਜਾਂ ਸੰਗਤ ਦਾ ਸਤਿਕਾਰ ਕਰਦਾ ਹੈ, ਸੋ ਜਾਣੋ ਇਹੋ ਹੋਏ ਬਹਾਨਾ। ਮਹਾਰਾਜ ਜੀ ਦੇ ਮਹਾਨ ਉਹ ਹੀ ਹੈ ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ। ਆਪਸ ਕੋ ਕਰ ਕਾਸ਼ ਨਾ ਜਲਾਵੇ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਬਚਨ ਕੀਤੇ, ਜਿਹਦੇ ਮਨ ਵਿੱਚ ਇਹ ਹੈ ਕਿ ਮੈਂ ਸਾਰਿਆਂ ਦੇ ਨਾਲ ਬੁਰਾ ਹਾਂ ਤੇ ਬਾਕੀ ਸਾਰੇ ਚੰਗੇ ਨੇ, ਇਹ ਗੁਰਮੁਖੋਂ ਗੁਰਮੁਖ ਦੀ ਅਵਸਥਾ ਹੁੰਦੀ ਹੈ। ਭਾਵਨਾ ਵਾਲੇ ਗੁਰਸਿੱਖ ਦਾ ਇਹ ਮਾਰਗ ਹੈ ਕਿ ਦੁਨੀਆ ਮੇਰੇ ਨਾਲ ਸਾਰੀ ਚੰਗੀ ਹੈ, ਸਾਰੇ ਚੰਗੇ ਕੰਮ ਕਰਨ ਵਾਲੇ ਹਨ, ਮੈਂ ਹੀ ਮਾੜਾ। ਤੇ ਮਹਾਰਾਜ ਜੀ ਜਿਹੜਾ ਆਪਣੇ ਆਪ ਨੂੰ ਮਾੜਾ ਸਮਝਦਾ, ਨੀਵਾਂ ਸਮਝਦਾ, ਅਸਲ ਦੇ ਵਿੱਚ ਪਰਮਾਤਮਾ ਦੇ ਘਰ ਦੇ ਵਿੱਚ ਉਹੀ ਕੁਝ ਪ੍ਰਾਪਤ ਕਰਦਾ ਹੈ। ਤਬ ਤੇ ਘਟਤ ਘਟ ਗਏ। ਤੇ ਤਬ ਤੇ ਘਟ ਗਏ। ਇਸ ਕਰਕੇ ਜਿਹੜਾ ਹੰਕਾਰੀ ਮਨੁੱਖ ਹੈ ਉਹਦੇ ਗੁਣ ਵਾਲੇ ਜਿਹੜੇ ਘਟ ਜਾਂਦੇ ਹਨ। ਨਹਿ ਉਕ ਸੋ ਸੂ ਬਿਨਾਸ਼ੀ ਭਏ। ਇਸ ਕਰਕੇ ਹੰਕਾਰੀ ਜਿਹੜਾ ਮਨੁੱਖ ਹੈ ਗੁਰੂ ਦੇ ਦਰ ਦੇ ਵਿੱਚ ਉੱਚੀ ਪਦਵੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸ ਪ੍ਰਕਾਰ ਗੁਰ ਤੇਰਾ ਪਾਏ। ਇਸ ਤਰੀਕੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਉਸ ਨਗਰ ਦੇ ਵਿੱਚ ਫੇਰਾ ਪਾਇਆ ਹੈ। ਔਰ ਖਡੂਰ ਬਿਰਾਜੇ ਆਏ। ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਇਸ ਪਿੰਡ ਦੀਆਂ ਸੰਗਤਾਂ ਨੂੰ ਉਤਾਰ ਕਰਕੇ ਵਾਪਸ ਖਡੂਰ ਸਾਹਿਬ ਦੇ ਵਿੱਚ ਆ ਕਰਕੇ ਵਿਰਾਜਮਾਨ ਹੋਏ ਹਨ। ਸ਼੍ਰੀ ਅੰਗਦ ਨਿਤ ਬੇਪਰਵਾਹ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨਿਰਤਾ ਪ੍ਰਤੀ ਗੁਰਮੁਖ ਬੇਪਰਵਾਹ ਨਹੀਂ, ਕਿਉਂਕਿ ਸਾਧੂ ਤੇ ਗੁਰੂ ਨੂੰ ਕੋਈ ਪਰਵਾਹ ਨਹੀਂ। ਰੱਬ ਦੇ ਪਿਆਰੇ ਬੇਪਰਵਾਹ ਹੀ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬੇਪਰਵਾਹ ਹੋ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਨੀਰ ਕਮਲ ਸਾਹਮਣੇ ਨਾ ਕਾਹੇ। ਜਿਸ ਤਰੀਕੇ ਨਾਲ ਇੱਕ ਕਮਲ ਪਾਣੀ ਦੇ ਵਿੱਚ ਹੀ ਖਿੜਦਾ, ਚਿੱਕੜ ਵਿੱਚ ਹੀ ਖਿੜਦਾ, ਪਰ ਪਾਣੀ ਚਿੱਕੜ ਤੋਂ ਨਿਰਲੇਪ ਲੈਂਦਾ, ਇਸੇ ਤਰੀਕੇ ਨਾਲ ਗੁਰੂ ਪੀਰ ਰੱਬ ਦੇ ਪਿਆਰੇ ਸੰਸਾਰ ਰੂਪੀ ਚਿੱਕੜ ਦੇ ਵਿੱਚ ਰਹਿ ਕਰਕੇ ਵੀ ਇਹਦੇ ਵਿੱਚੋਂ ਨਿਰਲੇਪ ਰਹਿੰਦੇ ਹਨ। ਬੁਰੀ ਭਲੀ ਕਛ ਸੁਨਹਿ ਨਾ ਕਹੈ।
ਨਾ ਗੁਰਮੁਖੋ ਕਿਸੇ ਦਾ ਬੁਰਾ ਸੋਚਦੇ ਨੇ ਤੇ ਨਾ ਕਿਸੇ ਨੂੰ ਮਾੜਾ ਬੋਲਦੇ ਨੇ। ਉਹਨਾਂ ਦੇ ਮਨ ਵਿੱਚ ਇਹੋ ਜਿਹੀ ਕੋਈ ਵੀ ਭਾਵਨਾ ਨਹੀਂ ਹੁੰਦੀ ਹੈ। ਆਪਣੇ ਪਰਚੇ ਮਹਿ ਨਿਤਰ ਕਿ ਹੈ ਆਪਣੇ ਮਨ ਦੇ ਵਿੱਚ ਜਾਂ ਆਪਣੀ ਆਤਮਾ ਦੇ ਵਿੱਚ ਬਿਰਤੀ ਦਾ ਧਿਆਨ ਜੋੜ ਕਰਕੇ ਰਹਿੰਦੇ ਹਨ। ਆਸ਼ਰਮ ਬਰਨ ਰੀਤ ਜੋ ਤੇ ਤਿਰਹੀ ਜਿਹੜੇ ਆਸ਼ਰਮ ਉਸ ਵੇਲੇ ਜਿਵੇਂ ਹਿੰਦੂਆਂ ਦੇ ਜਾਤਾਂ ਦੇ 4 ਮਤ ਸਨ, ਬ੍ਰਾਹਮਣ, ਖੱਤਰੀ, ਸ਼ੂਦਰ ਤੇ ਵੈਸ਼ ਦੇ ਆਸ਼ਰਮ। ਤੇ ਫਿਰ ਅੱਗੇ ਬ੍ਰਾਹਮਣਾਂ ਦੀਆਂ ਗੋਤਾਂ ਵੱਖਰੀਆਂ ਵੱਖਰੀਆਂ, ਖੱਤਰੀਆਂ ਦੀਆਂ ਗੋਤਾਂ ਵੱਖਰੀਆਂ ਵੱਖਰੀਆਂ, ਵੈਸ਼ਾਂ ਦੀਆਂ ਵੱਖਰੀਆਂ ਵੱਖਰੀਆਂ, ਇਹਨਾਂ ਨੂੰ ਵਰਣ ਕਿਹਾ ਜਾਂਦਾ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਕਰ ਰਿਹਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਸਿੱਖ ਨੇ ਉਹਨਾਂ ਵਰਨਾਂ ਤੇ ਗੋਤਾਂ ਦੇ ਵਿੱਚ ਨਹੀਂ ਪੈਂਦੇ, ਇਹਨਾਂ ਦਾ ਭਰਮ ਨਹੀਂ ਕਰਦੇ ਹਨ। ਸੋ ਗੁਰ ਸੰਗਤ ਕੋ ਨਹਿ ਤੇ ਕਰਹੀ ਜਿਹੜੇ ਹੰਕਾਰੀ ਨੇ ਵੀ ਮੈਂ ਬ੍ਰਾਹਮਣ ਹਾਂ, ਮੈਂ ਛਤਰੀ ਹਾਂ, ਤੇ ਉਹ ਨਾਮ ਗੁਰਮੁਖ ਸੰਗਤ ਦੇ ਵਿੱਚ ਆਣ ਕਰਕੇ ਲੰਗਰ ਛਕਦੇ ਨੇ। ਲੰਗਰਾਂ ਦੇ ਵਿੱਚ ਨਾਮ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਇਹੋ ਜਿਹੇ ਲੋਕ ਆਉਂਦੇ ਨੇ ਜਿਹੜੇ ਹੰਕਾਰੀ ਹਨ। ਇੱਕ ਸਮਾਨ ਆਸ਼ਰਮ ਅਰ ਧਰਮ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਸਮਾਨ ਸਾਰਿਆਂ ਦੇ ਆਸਣ, ਆਪ ਸਾਰਿਆਂ ਦੀਆਂ ਗੋਤਾਂ ਇੱਕੋ ਜਿਹੀਆਂ ਨੇ ਤੇ ਦੁਨੀਆ ਦੇ ਤੌਰ ਤੇ ਬਣਾਈਆਂ ਹੋਈਆਂ ਨੇ। ਸਾਰੇ ਜੀਵ ਇੱਕੋ ਜਿਹੇ ਹਨ। ਸ਼੍ਰੀ ਗੁਰ ਕੇ ਇਨ ਤੇ ਨਹਿ ਪਰਮ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਭਾਰਤ ਦੇ ਵਿੱਚੋਂ ਕੱਢਿਆ ਹੈ, ਇਹ ਉਪਦੇਸ਼ ਦੇ ਕਰਕੇ ਜਾਤਾਂ ਗੋਤਾਂ ਤੋਂ ਉੱਪਰ ਲੋਕਾਂ ਨੂੰ ਉਠਾ ਰਹੇ ਹਨ। ਮਾਟੀ ਕੇ ਬਾਸਨ ਕੋ ਦੇਖ ਤੇ ਇਸ ਤਰੀਕੇ ਨਾਲ ਹਨ ਜੀਵ ਜਿਵੇਂ ਗੁਰਮੁਖ ਮਿੱਟੀ ਦੇ ਭਾਂਡੇ ਹੁੰਦੇ। ਘੁਮਿਆਰ ਜਿਹੜਾ ਹੈ ਕੋਈ ਮਿੱਟੀ ਦਾ ਘੜਾ ਬਣਾ ਦਿੰਦਾ ਹੈ, ਕੋਈ ਕੌਲੀ ਬਣਾ ਦਿੰਦਾ ਹੈ, ਕਿਸੇ ਮਿੱਟੀ ਦਾ ਗਿਲਾਸ ਬਣਾ ਦਿੰਦਾ ਹੈ। ਇਸੇ ਤਰੀਕੇ ਨਾਲ ਰੱਬ ਦੇ ਬਣਾਏ ਹੋਏ ਜੀਵ ਨੇ। 84 ਲੱਖ ਜੂਨ ਹੈ, ਸਾਰਿਆਂ ਦੇ ਵਿੱਚ ਇੱਕ ਹੀ ਆਤਮਾ ਹੈ। ਕੋਈ ਹਾਥੀ ਦੀ ਨਾਈ ਪਰਮਾਤਮਾ ਨੇ ਵੱਡਾ ਬਣਾਇਆ ਹੈ, ਕੋਈ ਕੀੜੀ ਦੀ ਨਾਈ ਛੋਟਾ ਬਣਾਇਆ ਹੈ ਸਾਰੇ ਮਿੱਟੀ ਦੇ ਭਾਂਡੇ ਪਰਮਾਤਮਾ ਨੇ ਸਾਰਿਆਂ ਨੂੰ ਬਣਾਇਆ ਹੋਇਆ ਹੈ। ਨਿਰਹੇ ਨਾ ਕਰਮ ਜੋ ਕਰਤ ਵਿਸ਼ੇਖ ਤੇ ਜਿਹੜਾ ਵਿਸ਼ੇਸ਼ ਕਰਕੇ ਜਾਤਾਂ ਗੋਤਾਂ ਦੇ ਹੰਕਾਰ ਦੇ ਵਿੱਚ ਰਹਿੰਦਾ ਹੈ, ਪਰਮਾਤਮਾ ਨੂੰ ਪ੍ਰਾਪਤ ਨਹੀਂ ਹੁੰਦਾ ਹੈ। ਪ੍ਰੇਮ ਭਗਤ ਪਰਮੇਸ਼ਰ ਕੇਰੀ ਕਿਉਂਕਿ ਪਰਮਾਤਮਾ ਤੇ ਪ੍ਰੇਮਾ ਭਗਤੀ ਦੇ ਵਸ ਵਿੱਚ ਹੁੰਦਾ ਹੈ। ਜਿਹੜਾ ਪ੍ਰੇਮ ਦੇ ਨਾਲ ਉਹਦੀ ਬੰਦਗੀ ਕਰਦਾ, ਉਹ ਕਿਸੇ ਗੋਤ ਵਿੱਚ ਪੈਦਾ ਹੋਇਆ ਹੋਵੇ, ਕਿਸੇ ਧਰਮ ਦੇ ਵਿੱਚ ਉਹਨੇ ਜਨਮ ਲਿਆ ਹੋਵੇ, ਇਹ ਮੈਨੇ ਨਹੀਂ ਰੱਖਦਾ। ਪ੍ਰੇਮ ਜਿਹੜਾ ਹੈ ਉਹ ਮੈਨੇ ਰੱਖਦਾ। ਪਰਮਾਤਮਾ ਦੇ ਦਰ ਤੇ ਪ੍ਰੇਮ ਹੀ ਕਬੂਲ ਹੁੰਦਾ ਹੈ। ਉਪਦੇਸ਼ ਹੈ ਇਹ ਮੁਖ ਬਡੇਰੀ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਿੱਖਾਂ ਨੂੰ ਇਹੋ ਜਿਹਾ ਉਪਦੇਸ਼ ਦਿੰਦੇ ਨੇ। ਗੁਰਮੁਖ ਸਾਨੂੰ ਸਾਰੇ ਭਰਮਾਂ ਦੇ ਵਿੱਚੋਂ ਕੱਢ ਕਰਕੇ ਪਰਮਾਤਮਾ ਦੇ ਨਾਲ ਸਤਿਗੁਰੂ ਜੀ ਨੇ ਜੋੜਿਆ ਹੈ ਕਿ ਸੰਸਾਰ ਦੇ ਵਿੱਚ ਇਹੋ ਜਿਹਾ ਕੋਈ ਭਰਮ ਨਹੀਂ ਕਰਨਾ। ਸਾਰਿਆਂ ਨੂੰ ਇੱਕੋ ਨਿਗਾਹ ਦੇ ਨਾਲ ਦੇਖਣਾ ਤੇ ਸਾਰਿਆਂ ਦੇ ਵਿੱਚ ਇੱਕ ਜੋਤ ਨੂੰ ਦੇਖਣਾ ਹੈ। ਲੋਕ ਵੇਦ ਕੁਲ ਕਰਮ ਪ੍ਰਚਾਰਾ ਪਰ ਉਸ ਵੇਲੇ ਦੇ ਜਿਹੜੇ ਲੋਕ ਸਨ ਉਹ ਵੇਦਾਂ ਦੇ ਅਨੁਸਾਰ ਧਰਮ ਦਾ ਪ੍ਰਚਾਰ ਕਰਦੇ ਸਨ ਤੇ ਮਨੁ ਸਿਮਰਤ ਦੇ ਅਨੁਸਾਰ ਗੋਤਾਂ ਨੂੰ ਮੰਨ ਕਰਕੇ ਚੱਲਦੇ ਸਨ। ਕਰਹੇ ਨਹੀਂ ਅਰ ਭੈ ਨਹਿ ਇਸ ਧਾਰਾ ਕਰਕੇ ਇਹੋ ਜਿਹੇ ਬੜੇ ਹੰਕਾਰੀ ਲੋਕ ਸਨ ਜਿਹੜੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਨਹੀਂ ਕਰਦੇ ਸਨ, ਨਾ ਸੰਗਤ ਦੇ ਵਿੱਚ ਆਉਂਦੇ ਸਨ, ਮਨ ਵਿੱਚ ਹੰਕਾਰ ਰੱਖਦੇ ਸਨ। ਜਾਂ ਤੇ ਲੋਕ ਸਮੀਪ ਨਾ ਇਸ ਕਰਕੇ ਆਵੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਹੜੇ ਅਸੀਂ ਹੰਕਾਰੀ ਲੋਕ ਉਹ ਗੁਰੂ ਚਰਨਾਂ ਦੇ ਵਿੱਚ ਨਹੀਂ ਪਹੁੰਚਦੇ ਸਨ। ਦੇਖ ਦੂਰ ਤੇ ਸੀਸ ਨਿਵਾਵੇ ਉਹ ਦੂਰੋਂ ਹੀ ਜੇ ਭੁੱਲ ਭੁਲੇਖੇ ਸੰਗਤ ਵਿੱਚ ਕਿਤੇ ਆ ਜਾਣ ਤੇ ਦੂਰੋਂ ਦੇਖ ਕਰਕੇ ਮਹਾਰਾਜ ਜੀ ਨੂੰ ਮੱਥਾ ਟੇਕਣਾ, ਸੰਗਤ ਦੇ ਵਿੱਚ ਅੱਗੇ ਆਣ ਕਰਕੇ ਨਹੀਂ ਬੈਠਦੇ ਸਨ। ਸੰਗਤ ਕਰਹਿ ਨਾ ਬੈਠੇ ਪਾਸ ਨਾ ਗੁਰਮੁਖ ਸੰਗਤ ਕਰਦੇ ਸਨ, ਨਾ ਗੁਰੂ ਦੇ ਚਰਨਾਂ ਵਿੱਚ ਬਹਿੰਦੇ ਸਨ। ਸੁਨਹਿ ਨਾ ਬਚਨ ਭਾਗ ਘਟ ਜਾਸ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮਾੜੇ ਕਰਮਾਂ ਦੀ ਨਿਸ਼ਾਨੀ ਸੀ ਕਿ ਗੁਰੂ ਦੀ ਸੰਗਤ ਦੇ ਵਿੱਚ ਨਹੀਂ ਪਹੁੰਚਣਾ, ਨਾ ਉਹਨਾਂ ਦੇ ਬਚਨਾਂ ਨੂੰ ਸੁਣਨਾ। ਸ਼੍ਰੀ ਨਾਨਕ ਕੀ ਸੰਗਤ ਜੇਈ ਪਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਸੀ, ਜਿਹੜੇ ਸਿੱਖ ਸਨ ਭਾਵਨਾ ਵਾਲੇ, ਦੂਰ ਦੂਰ ਤੇ ਆਵੇ ਤੇਈ ਜੋ ਗੁਰਮੁਖੋ ਦੂਰੋਂ ਦੂਰੋਂ ਪੈਦਾ ਕਰਕੇ ਪੂਰੇ ਭਾਰਤ ਵਰਸ਼ ਦੇ ਵਿੱਚੋਂ
ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਦੇ ਸਨ। ਦਰਸ਼ਨ ਪਰਸਹਿ ਬਾਸ਼ਤ ਕਿ ਪਾਵੈ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੇਵਾ ਕਰਕੇ ਉਹਨਾਂ ਤੋਂ ਮਨ ਇੱਛਤ ਫਲ ਪ੍ਰਾਪਤ ਕਰਦੇ ਨੇ। ਬਾਹਰ ਆਪਣੇ ਸਦਨ ਸਿਧਾਵੈ ਤੇ ਫਿਰ ਮਹਾਰਾਜ ਜੀ ਦੀ ਖੁਸ਼ੀ ਨੂੰ ਪ੍ਰਾਪਤ ਕਰਕੇ ਵਾਪਸ ਆਪਣੇ ਘਰਾਂ ਦੇ ਵਿੱਚ ਜਾਂਦੇ ਸਨ। ਇਹ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਕਰਕੇ ਅੱਜ ਦਾ ਪਾਵਨ ਪਵਿੱਤਰ ਸਾਨੂੰ ਇਤਿਹਾਸ ਬਖਸ਼ਿਆ ਹੈ। ਤੇ ਇਸ ਇਤਿਹਾਸ ਦੇ ਵਿੱਚ ਗੁਰੂ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਜਿਸ ਸਿੱਖ ਨੇ ਗੁਰੂ ਤੋਂ ਕੁਝ ਲੈਣਾ ਹੈ, ਗੁਰੂ ਦੀ ਰਹਿਮਤ ਨੂੰ ਹਾਸਲ ਕਰਨਾ ਹੈ, ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਹੈ, ਉਹ ਦੁਨੀਆ ਦੀ ਪਦਵੀਆਂ ਦਾ ਮਾਣ, ਆਪਣੇ ਸਰੀਰ ਦਾ ਹੰਕਾਰ, ਆਪਣੀ ਗੋਤ ਜਾਤ ਦਾ ਹੰਕਾਰ, ਮਾਇਆ ਦਾ ਹੰਕਾਰ, ਉਹ ਘਰ ਛੱਡ ਕੇ ਆਵੇ ਤਾਂ ਹੀ ਇੱਥੇ ਕੁਝ ਪ੍ਰਾਪਤ ਹੋ ਸਕਦਾ। ਨਹੀਂ ਤੇ ਗੁਰਮੁਖੋ ਵੱਡੇ ਵੱਡੇ ਜਿਹੜੇ ਲੋਕ ਨੇ ਉਹ ਗੁਰੂ ਚਰਨਾਂ ਦੇ ਵਿੱਚ ਪਹੁੰਚ ਕਰਕੇ ਵੀ ਕੁਝ ਨਹੀਂ ਲੈ ਸਕੇ। ਉਹ ਚਾਹੇ ਗੁਰੂ ਦੇ ਸੁਪੁੱਤਰ ਹੋਣ ਜਾਂ ਆਮ ਸੰਗਤ ਸੀ। ਇਸ ਕਰਕੇ ਅਸੀਂ ਆਪਣਾ ਇਹੋ ਜਿਹਾ ਜੀਵਨ ਬਣਾਉਣਾ ਕਿ ਨਿਮਰਤਾ ਦੇ ਨਾਲ ਝੁਕ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਆਉਣਾ। ਸਤਿਗੁਰੂ ਸਾਹਿਬ ਜੀ ਮਹਾਰਾਜ ਐਸੀ ਦਾਤ ਸਾਨੂੰ ਬਖਸ਼ਿਸ਼ ਕਰਨ। ਇਤਿਹਾਸ ਦੇ ਵਿਚਾਰ ਕਰਦੇ ਹੋਏ ਸਮੂਹ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਾਤ ਬਖਸ਼ਣੀ ਦੇਵੋ ਸਜਣਾ ਆਸ਼ੀਸ਼ ਰਿਆ ਜੋ ਹੋਵੇ ਸਾਹਿਬ ਸੋ ਮੇਲ ਲਿਖ ਹੈ ਕਦੇ ਨਾ ਛੁੱਟੀ ਹੈ ਕਿਨ ਕਨ ਭੂਲਨ ਹਾਰ ਬਖਸ਼ਨਾਰ ਬਖਸ਼ੈ ਨਾਮ ਉਕਾਰ ਉਕਾਰ। ਦਰਸ਼ਨ ਪਰਸਹਿ ਬਾਸ਼ਤ ਪਾਵੈ ਬਾਹਰ ਆਪਣੇ ਸਦਨ ਸਿਧਾਵੈ ਦਰਸ਼ਨ ਪਰਸਹਿ ਬਾਸ਼ਤ ਪਾਵੈ ਬਾਹਰ ਆਪਣੇ ਸਦਨ ਸਿਧਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।